ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਅਸੀਂ ਗੱਲ ਕਰਦੇ ਹਾਂ ਹਾਥਰਸ ਵਾਲੇ ਮਾਮਲੇ ਤੇ ਕੀ ਅਪਡੇਟ ਬਣੀ ਆ, ਉਸ ਦੇ ਆਧਾਰ ਤੇ ਔਰਤ ਦੀ ਕੀ ਸਥਿਤੀ ਹੈ। ਇਸ ਮਾਮਲੇ ਤੇ ਗੱਲ ਕਰਦਿਆਂ ਅੱਜ ਪਤਾ ਲੱਗਿਆ ਹੈ ਕਿ ਇਹ ਤਾਂ ਵੈਸੇ ਕੱਲ੍ਹ ਹੀ ਪਤਾ ਲੱਗ ਗਿਆ ਸੀ ਕਿ ਫੋਰੈਂਸਿਕ ਲੈਬੋਰਟਰੀ ਦੇ ਵਿੱਚ ਜਿਹੜੀ ਪੁਸ਼ਟੀ ਹੋਈ ਹੈ ਉਹ ਇਹ ਹੋਈ ਹੈ ਕਿ ਕੁੜੀ ਦੇ ਨਾਲ ਬਲਾਤਕਾਰ ਹੋਇਆ ਹੀ ਨਹੀਂ। ਤਾਂ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਜੇ ਬਲਾਤਕਾਰ ਹੋਇਆ ਹੀ ਨਹੀਂ ਤਾਂ ਪੁਲਿਸ ਨੇ ਇੰਨੀ ਕਰੂਰਤਾ ਕਿਉਂ ਦਿਖਾਈ? ਕਿਉਂ ਉਸ ਦੇ ਮਾਂ ਪਿਓ ਨੂੰ ਘਰ ਦੇ ਵਿੱਚ ਬੰਦ ਕਰਕੇ ਉਹਨਾਂ ਨੂੰ ਅੰਦਰ ਡੱਕ ਕੇ ਫੋਰਸਫੁਲੀ ਪੁਲਿਸ ਨੇ ਸੰਸਕਾਰ ਕੀਤਾ? ਕਿਉਂ ਉਹ ਬੱਚੀ ਦੀ ਬਾਡੀ ਜਿਹੜੀ ਹੈ ਮਾਪਿਆਂ ਨੂੰ ਨਹੀਂ ਦਿੱਤੀ ਗਈ ਤੇ ਉਹਨਾਂ ਨੂੰ ਆਪਣੇ ਰਸਮੋ ਰਿਵਾਜ਼ਾਂ ਅਨੁਸਾਰ ਕਿਉਂ ਉਹਦਾ ਦਾਹ ਸੰਸਕਾਰ ਨਹੀਂ ਕਰਨ ਦਿੱਤਾ ਗਿਆ? ਤਾਂ ਜੇ ਪੁਲਿਸ ਅਧਿਕਾਰੀਆਂ ਨੂੰ ਕੋਈ ਪੱਤਰਕਾਰ ਪੁੱਛਦੀ ਵੀ ਹੈ ਤਾਂ ਉਸ ਨੂੰ ਵੀ ਸਹੀ ਜਵਾਬ ਨਹੀਂ ਦਿੱਤਾ ਜਾ ਰਿਹਾ ਸੀ। ਤਾਂ ਇਹ ਤੋਂ ਲੱਗਦਾ ਹੈ ਕਿ ਦਾਲ ਦੇ ਵਿੱਚ ਕੁਝ ਕਾਲਾ ਹੈ, ਬਲਕਿ ਮੈਂ ਤਾਂ ਕਹਾਂਗੀ ਪੂਰੀ ਦਾਲ ਹੀ ਕਾਲੀ ਹੈ। ਦਾਲ ਕਾਲੀ ਕਿਉਂ ਹੈ? ਕਿਉਂਕਿ ਸਾਡੇ ਜਿਹੜੇ ਦੇਸ਼ ਦੇ ਨੇਤਾ ਨੇ ਉਹ ਕਿਸੇ ਹੋਰ ਹੀ ਤਰੀਕੇ ਨਾਲ ਸੋਚਦੇ ਨੇ। ਉਹਨਾਂ ਨੂੰ ਆਪਣੀ ਸੱਤਾ ਨਾਲ ਪਿਆਰ ਹੈ, ਨਾ ਕਿ ਜਨਤਾ ਨਾਲ। ਜਨਤਾ ਬਾਰੇ ਤਾਂ ਉਹ ਕੁਝ ਸੋਚ ਹੀ ਨਹੀਂ ਰਹੇ। ਉਹਨਾਂ ਨੂੰ ਆਪਣੀ ਕੁਰਸੀ ਪਿਆਰੀ ਹੈ ਤੇ ਉਹਨਾਂ ਦੀ ਕੁਰਸੀ ਕਿਸ ਤਰੀਕੇ ਨਾਲ ਬਚੇਗੀ ਉਹ ਉਸ ਦੇ ਪਿੱਛੇ ਪਏ ਹੋਏ ਨੇ ਤੇ ਉਸ ਤਰੀਕੇ ਨਾਲ ਉਹ ਸੋਚਦੇ ਨੇ। ਵੋਟ ਬੈਂਕ ਉਹਨਾਂ ਨੂੰ ਚਾਹੀਦਾ ਤੇ ਵੋਟ ਬੈਂਕ ਕਿਵੇਂ ਮਿਲੇਗਾ ਇਸ ਦੇ ਹੱਥਕੰਡੇ ਉਹ ਅਪਣਾਉਂਦੇ ਰਹਿੰਦੇ ਨੇ। ਤਾਂ ਹੁਣ ਜੇ ਅੱਜ ਗੱਲ ਕਰੀਏ ਤਾਂ ਅੱਜ ਪਤਾ ਲੱਗਿਆ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਜੋ ਜੋਗੀ ਹੈ ਉਹਨੇ ਕਿਹਾ ਹੈ ਕਿ ਜਿਹੜੀ ਔਰਤ ਹੈ ਉਹਨੂੰ ਆਜ਼ਾਦੀ ਨਹੀਂ ਦੇਣੀ ਚਾਹੀਦੀ ਬਲਕਿ ਉਹਨੂੰ ਸੁਰੱਖਿਆ ਦੇਣੀ ਚਾਹੀਦੀ ਹੈ। ਉਹ ਭਲਿਓ ਲੋਕੋ ਜਰਾ ਸੋਚੋ ਕਿ ਔਰਤ ਅੱਜ ਦੇ ਜ਼ਮਾਨੇ ਦੇ ਵਿੱਚ ਜਿਹੜੀ ਪੜ੍ਹੀ ਲਿਖੀ ਔਰਤ ਹੈ ਉਹਨੂੰ ਤੁਸੀਂ ਸੁਰੱਖਿਆ ਦਿਓਗੇ? ਉਹਦਾ ਦਿਮਾਗ ਨਹੀਂ ਚੱਲਦਾ, ਉਹ ਪੜ੍ਹੀ ਲਿਖੀ ਨਹੀਂ ਹੈ, ਉਹਦਾ ਦਿਮਾਗ ਕੰਮ ਨਹੀਂ ਕਰਦਾ, ਉਹਦੇ ਅੰਦਰ ਕਿਸ ਚੀਜ਼ ਦੀ ਘਾਟ ਹੈ? ਤੁਹਾਡੇ ਨਾਲੋਂ ਵਧੀਆ ਸੋਚ ਦੀ ਮਾਲਕ ਹੈ ਉਹ, ਤੁਹਾਡੇ ਨਾਲੋਂ ਕਿਤੇ ਵੱਧ ਤਾਕਤਵਰ ਹੈ ਉਹ। ਤੁਸੀਂ ਜਰਾ ਜਿੰਨਾ ਜ਼ੁਕਾਮ ਹੋਵੇ ਤੇ ਹਾਲ ਪਾਰਿਆ ਕਰ ਦਿੰਦੇ ਹੋ ਤੇ ਉਹ ਪ੍ਰਸੂਤ ਪੀੜਾ ਵੇਲੇ 22 ਹੱਡੀਆਂ ਇਕੱਠੇ ਟੁੱਟਣ ਦੇ ਬਰਾਬਰ ਦੀ ਪੀੜ ਸਹਿੰਦੀ ਹੈ। ਤਾਂ ਕਮਜ਼ੋਰ ਤੁਸੀਂ ਹੋਏ ਕਿ ਉਹ ਹੋਈ? ਸੁਰੱਖਿਆ ਦੀ ਤੁਹਾਨੂੰ ਲੋੜ ਹੈ ਕਿ ਉਹਨੂੰ ਲੋੜ ਹੈ? ਇਹ ਤਾਂ ਸਿਰਫ ਇਹ ਹੈ ਕਿ ਪਰੰਪਰਾਵਾਦੀ ਢੰਗ ਦੇ ਨਾਲ ਸਾਡੀਆਂ ਧੀਆਂ ਨੂੰ ਦੱਸਿਆ ਹੀ ਨਹੀਂ ਗਿਆ। ਉਹਨਾਂ ਨੂੰ ਕਮਜ਼ੋਰ ਬਣਾ ਕੇ ਰੱਖਿਆ ਹੋਇਆ, ਉਹਨਾਂ ਨੂੰ ਤਾਕਤਵਰ ਬਣਨ ਦਾ ਮੌਕਾ ਹੀ ਨਹੀਂ ਦਿੱਤਾ ਜਾਂਦਾ, ਉਹਨਾਂ ਨੂੰ ਦੱਸਿਆ ਹੀ ਨਹੀਂ ਜਾਂਦਾ ਕਿ ਉਹ ਮਰਦ ਤੋਂ ਕਿਤੇ ਵੱਧ ਤਾਕਤਵਰ ਨੇ। ਸਾਨੂੰ ਆਜ਼ਾਦੀ ਚਾਹੀਦੀ ਹੈ, ਗੁਲਾਮੀ ਨਹੀਂ ਚਾਹੀਦੀ। ਕਦੇ ਪਿਓ ਦੀ ਗੁਲਾਮੀ, ਕਦੇ ਭਰਾ ਦੀ ਗੁਲਾਮੀ, ਫਿਰ ਅੱਜ ਕੱਲ੍ਹ ਤਾਂ ਪ੍ਰੇਮੀਆਂ ਦੀ ਵੀ ਗੁਲਾਮੀ ਸਹਿੰਦੀਆਂ ਨੇ ਕੁੜੀਆਂ, ਤੇ ਕਿਤੇ ਫਿਰ ਪਤੀ ਦੀ ਗੁਲਾਮੀ ਤੇ ਬੁਢਾਪੇ 'ਚ ਪੁੱਤ ਦੀ ਗੁਲਾਮੀ। ਇਹ ਜਿਹੜੇ 3-4 ਪੱਪੇ ਨੇ ਨਾ ਇਹਨਾਂ ਨੇ ਜ਼ਿੰਦਗੀ ਬਰਬਾਦ ਕੀਤੀ ਹੋਈ ਹੈ ਕੁੜੀਆਂ ਦੀ। ਤੇ ਜੇ 2-4 ਕੁੜੀਆਂ ਆਟੇ ਵਿੱਚ ਲੂਣ ਦੇ ਬਰਾਬਰ ਕੋਈ ਇਹਨਾਂ ਨੂੰ ਸਬਕ ਸਿਖਾਉਣ ਵਾਲੀਆਂ ਆ ਜਾਂਦੀਆਂ ਨੇ ਫਿਰ ਇਹ ਹਾਲ ਪਾਰਿਆ ਕਰਦੇ ਨੇ ਕਿ ਸਾਡੇ ਤੇ ਜੀ 498 ਇਹ ਦੀ ਧਾਰਾ ਲਾਤੀ, ਸਾਨੂੰ ਦਾਜ ਦੇ ਕੇਸ 'ਚ ਫਸਾਤਾ। ਉਹ ਸਦੀਆਂ ਤੋਂ ਔਰਤ ਜਿਹੜੀ ਸਹਿੰਦੀ ਆ ਰਹੀ ਹੈ ਉਹਦਾ ਕੁਛ ਨਹੀਂ ਪਤਾ ਤੁਹਾਨੂੰ? ਹੁਣ ਤੁਹਾਡੇ ਤੇ 4 ਕੇਸ ਬਣਦੇ ਆ ਤੇ ਤੁਸੀਂ ਹਾਲ ਪਾਰਿਆ ਮਚਾ ਦਿੰਦੇ ਹੋ। ਔਰਤ ਕਿੰਨੀ ਕੁ ਦੇਰ ਸਹਿੰਦੀ ਰਹੇਗੀ ਨਾ? ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਜਿਹੜੀ ਔਰਤ ਪੜ੍ਹ ਲਿਖ ਗਈ ਹੈ, ਜਿਹੜੀ ਆਪਣਾ ਆਪ ਸੋਚ ਸਮਝ ਸਕਦੀ ਹੈ, ਜਿਹਦੇ ਕੋਲ ਤੁਹਾਡੇ ਨਾਲੋਂ ਕਿਤੇ ਜ਼ਿਆਦਾ ਬੁੱਧੀ ਵਿਕਸਿਤ ਹੈਗੀ ਹੈ, ਉਹ ਕੁੜੀ ਜੇ ਕੱਲ੍ਹ ਨੂੰ ਨੌਕਰੀ ਕਰਨ ਜਾਊਗੀ ਤੇ ਤੁਹਾਡੀ ਸੁਰੱਖਿਆ ਦੇ ਮੱਦੇ ਨਜ਼ਰ ਉਹਨੂੰ ਘੁੰਡ ਕੱਢ ਕੇ ਭੇਜੋਗੇ? ਉਹ ਘੁੰਡ ਕੱਢ ਕੇ ਕਾਰ ਚਲਾਊਗੀ, ਉਹ ਘੁੰਡ ਕੱਢ ਕੇ ਐਕਟਿਵਾ ਚਲਾਊਗੀ, ਉਹ ਘੁੰਡ ਕੱਢ ਕੇ ਸਾਈਕਲ ਤੇ ਜਾਊਗੀ? ਕਿਹੜੀਆਂ ਗੱਲਾਂ ਕਰਦੇ ਹੋ ਤੁਸੀਂ? ਕਿੱਥੇ ਤੁਰੇ ਫਿਰਦੇ ਹੋ? ਅੱਜ ਦੀ ਔਰਤ ਨੂੰ ਸਨਮਾਨ ਚਾਹੀਦਾ ਹੈ, ਮਰਦ ਦੇ ਬਰਾਬਰ ਉਹਨੂੰ ਹੱਕ ਚਾਹੀਦੇ ਨੇ, ਨਾ ਕਿ ਤੁਹਾਡੇ ਥੱਲੇ ਲੱਗ ਕੇ ਉਹ ਸੁਰੱਖਿਆ ਭਾਲੇ। ਅੱਜ ਰੱਖੜੀ ਬੰਨ੍ਹਦੇ ਆ, ਡੰਡੀ ਜਿੰਨਾ ਭਰਾ ਹੁੰਦਾ ਉਹਦੀ ਰੱਖੜੀ ਬੰਨ੍ਹਦੀ ਆ ਕੁੜੀ, ਮੇਰੀ ਜੀ ਰੱਖਿਆ ਕਰੂਗਾ। ਉਹਦੀ ਰੱਖਿਆ ਭੈਣ ਨੇ ਕਰਨੀ ਕਿ ਭਰਾ ਉਹਦੀ ਰੱਖਿਆ ਕਰੂਗਾ ਡੰਡੀ ਜਿੰਨਾ? ਪਤਾ ਨਹੀਂ ਕਿਹੜੀਆਂ ਪਰੰਪਰਾ ਵਿੱਚ ਤੁਰੇ ਫਿਰਦੇ ਹੋ ਤੁਸੀਂ। ਔਰਤ ਨੂੰ ਆਜ਼ਾਦੀ ਦੀ ਲੋੜ ਹੈ, ਆਜ਼ਾਦੀ ਵਿਚਾਰਾਂ ਦੀ, ਆਜ਼ਾਦੀ ਪਹਿਨਣ ਦੀ, ਆਜ਼ਾਦੀ ਖਾਣ ਦੀ, ਆਜ਼ਾਦੀ ਆਪਣਾ ਕੈਰੀਅਰ ਆਪ ਚੁਣਨ ਦੀ, ਆਜ਼ਾਦੀ ਆਪਣਾ ਸਾਥੀ ਆਪ ਚੁਣਨ ਦੀ। ਪਰ ਤੁਸੀਂ ਕਿੱਥੇ ਦਓਗੇ? ਜਦੋਂ ਧੀ ਜੰਮਦੀ ਹੈ ਉਸ ਵੇਲੇ ਸਣੇ ਸਾਡੀਆਂ ਦਾਦੀਆਂ ਨਾਨੀਆਂ ਦੇ ਉਹਨੂੰ ਪੱਥਰ ਦੱਸ ਦਿੰਦੇ ਹੋ। ਮਰਦ ਨੂੰ ਲੋੜ ਨਹੀਂ ਪੱਥਰ ਕਹਿਣ ਦੀ, ਕਿਉਂਕਿ ਉਹਨੇ ਸਦੀਆਂ ਤੋਂ ਔਰਤ ਦੀ ਸੋਚ ਵਿੱਚ ਹੀ ਇਹ ਚੀਜ਼ ਭਰ ਦਿੱਤੀ ਹੈ ਕਿ ਔਰਤ ਹੀ ਔਰਤ ਦੀ ਦੁਸ਼ਮਣ ਬਣਾ ਕੇ ਰੱਖ ਦਿੱਤੀ ਹੈ।
ਤੇ ਅੱਜ ਕਹਿ ਦਿੰਦੇ ਆ ਜੀ ਔਰਤ ਹੀ ਔਰਤ ਦੀ ਦੁਸ਼ਮਣ ਹੈ, ਮਰਦ ਤਾਂ ਕੁਛ ਨਹੀਂ ਕਰਦਾ। ਪਰ ਮੈਂ ਜਾਣਦੀ ਹਾਂ ਕਿ ਮਰਦ ਤਾਂ ਨਹੀਂ ਕੁਛ ਕਰਦਾ ਕਿਉਂਕਿ ਉਹਨੇ ਆਪਣੀ ਚਾਲ ਪਹਿਲਾਂ ਹੀ ਚੱਲ ਦਿੱਤੀ ਹੈ। ਔਰਤ ਨੂੰ ਪਹਿਲਾਂ ਹੀ ਉਹਨੇ ਇਸ ਤਰੀਕੇ ਨਾਲ ਬਣਾ ਦਿੱਤਾ ਹੈ ਕਿ ਉਹ ਆਪਣੇ ਤੇ ਕੋਈ ਹਰਫ ਹੀ ਨਾ ਲਿਆਵੇ। ਔਰਤ ਹੀ ਔਰਤ ਤੇ ਹਰਫ ਲਿਆਵੇ ਤੇ ਔਰਤ ਹੀ ਔਰਤ ਨਾਲ ਦੁਸ਼ਮਣੀ ਪਾਵੇ। ਦੂਰ ਖੜੇ ਹੋ ਕੇ ਤਮਾਸ਼ਾ ਦੇਖਣ ਵਾਲਾ ਮਰਦ ਹੈ। ਕਿਤੇ ਵੀ ਕੋਈ ਗੱਲ ਹੁੰਦੀ ਹੈ ਔਰਤ ਦੀ ਦੁਸ਼ਮਣੀ ਦੀ, ਤਾਂ ਉਹਦੇ ਪਿੱਛੇ ਮਰਦ ਦੀ ਚਾਲ ਜ਼ਰੂਰ ਹੁੰਦੀ ਹੈ, ਕੋਈ ਮੰਨੇ ਭਾਵੇਂ ਨਾ ਮੰਨੇ। ਮੈਂ ਮਰਦ ਦੇ ਵਿਰੋਧੀ ਨਹੀਂ ਹੈਗੀ। ਮੈਨੂੰ ਪਤਾ ਹੈ ਕਿ ਪਰੰਪਰਾ ਤੋਂ ਮਰਦ ਜਿਵੇਂ ਪਲਦਾ ਆ ਰਿਹਾ ਉਸੇ ਤਰੀਕੇ ਨਾਲ ਉਹ ਵਰਤਾਅ ਕਰ ਰਿਹਾ, ਤੇ ਪਰੰਪਰਾ ਤੋਂ ਜਿਸ ਤਰ੍ਹਾਂ ਔਰਤ ਪਲਦੀ ਆ ਰਹੀ ਹੈ ਉਸੇ ਤਰ੍ਹਾਂ ਉਹ ਵਰਤਾਅ ਕਰ ਰਹੀ ਹੈ। ਪਰ ਹੁਣ ਸਮਾਂ ਆ ਗਿਆ ਕਿ ਇਸ ਮਰਦ ਦੀ ਸੋਚ ਨੂੰ ਬਦਲਣਾ ਪਏਗਾ, ਔਰਤ ਦੀ ਸੋਚ ਨੂੰ ਵੀ ਬਦਲਣਾ ਪਏਗਾ। ਸਾਨੂੰ ਮਾਵਾਂ ਨੂੰ ਸਜਗ ਹੋਣਾ ਪਏਗਾ, ਸੁਚੇਤ ਹੋਣਾ ਪਏਗਾ, ਆਪਣੀਆਂ ਧੀਆਂ ਨੂੰ ਦੱਸਣਾ ਪਏਗਾ ਕਿ ਉਹ ਮੁੰਡਿਆਂ ਦੇ ਬਰਾਬਰ ਦਾ ਹੱਕ ਰੱਖਦੀਆਂ ਨੇ। ਸਾਨੂੰ ਉਹਨਾਂ ਦੇ ਪਾਲਣ ਪੋਸ਼ਣ ਦੇ ਵਿੱਚ ਬਰਾਬਰੀ ਦੇਣੀ ਪਏਗੀ। ਇਹ ਨਹੀਂ ਕਿ ਪੁੱਤ ਰਾਤ ਨੂੰ ਅੱਧੀ ਰਾਤੋਂ ਘਰ ਆਉਂਦਾ ਤੇ ਉਹਨੂੰ ਕੋਈ ਪੁੱਛੂ ਦੱਸੂਗਾ ਨਹੀਂ, ਤੇ ਧੀ ਜੇ ਅੱਧਾ ਘੰਟਾ ਵੀ ਲੇਟ ਹੁੰਦੀ ਹੈ ਤਾਂ ਸਾਰੇ ਟੱਬਰ ਸਾਰਾ ਉਹਦੇ ਦੁਆਲੇ ਹੋ ਜਾਂਦਾ ਕਿ ਤੂੰ ਕਿੱਥੋਂ ਆਈ ਆ, ਕਿੱਥੇ ਗਈ ਸੀ, ਦੱਸ ਕੇ ਕਿਉਂ ਨਹੀਂ ਗਈ। ਮੈਂ ਇਹ ਜ਼ਰੂਰ ਮੰਨਦੀ ਹਾਂ ਕਿ ਨੈਤਿਕ ਕਦਰਾਂ ਕੀਮਤਾਂ ਦੀ ਧਾਰਨੀ ਹੋਵੇ ਧੀ ਵੀ, ਤੇ ਨੈਤਿਕ ਕਦਰਾਂ ਕੀਮਤਾਂ ਦਾ ਧਾਰਨੀ ਹੋਵੇ ਪੁੱਤ ਵੀ। ਮਾਂ ਪਿਓ ਦੀ ਇੱਜ਼ਤ ਦੇ ਦੋਨੋਂ ਹੀ ਰਾਖੇ ਹੋਣ। ਜੇ ਧੀ ਪਿਓ ਦੀ ਬਾਬਲ ਦੀ ਪੱਗ ਹੈ ਤਾਂ ਪਿਓ ਜਿਹੜਾ ਪੁੱਤਰ ਹੈ ਉਹ ਵੀ ਮਾਂ ਦੀ ਚੁੰਨੀ ਹੋਣਾ ਚਾਹੀਦਾ, ਉਹਨੂੰ ਵੀ ਮਾਂ ਦੀ ਚੁੰਨੀ ਦੀ ਲਾਜ ਰੱਖਣੀ ਚਾਹੀਦੀ ਹੈ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣ, ਇਸ ਚੀਜ਼ ਤੇ ਅਮਲ ਕਰਨਾ ਪਏਗਾ। ਇਹ ਨਹੀਂ ਕਿ ਕੁੜੀ ਨੂੰ ਤਾਂ ਤੁਸੀਂ ਖਾਣ ਪੀਣ 'ਚ ਵੀ ਕੰਜੂਸੀ ਕਰੋ, ਉਹਨੂੰ ਪਹਿਨਣ ਪਛਰਨ 'ਚ ਵੀ ਕੰਜੂਸੀ ਕਰੋ, ਤੇ ਮੁੰਡੇ ਨੂੰ ਹਰ ਤਰ੍ਹਾਂ ਦੀ ਖੁੱਲ੍ਹ ਦੇ ਦਿਓ। ਕੁੜੀ ਹੈ, ਕੁੜੀ ਵਾਸਤੇ ਤੁਸੀਂ ਉਹਦੇ ਖਾਣ ਪੀਣ 'ਚ ਦਰੈਤ ਕਰ ਦਿਓ। ਮਾਵਾਂ ਜਿਹੜੀਆਂ ਨੇ ਪੁੱਤ ਨੂੰ ਤਾਂ ਬੜੇ ਮੱਖਣ ਪਾ ਕੇ ਤੇ ਬੜੇ ਦੁੱਧ ਘਿਓ ਦੇਣਗੀਆਂ, ਤੇ ਧੀਆਂ ਨੂੰ ਰੁੱਖੀ ਸੁੱਖੀ ਦੇਣਗੀਆਂ। ਇਹ ਕਿੱਧਰਲੀ ਸਿਆਣਪ ਹੈ? ਮਾਵਾਂ ਨੂੰ ਸਮਝਣਾ ਪਏਗਾ। ਬੱਚਾ ਮੋਮ ਦੀ ਨੱਕ ਹੁੰਦਾ ਹੈ, ਜਿਸ ਤਰ੍ਹਾਂ ਤੁਸੀਂ ਉਹਨੂੰ ਢਾਲ ਲਓਗੀਆਂ ਉਸੇ ਤਰ੍ਹਾਂ ਦਾ ਬਣ ਜਾਏਗਾ। ਪੁੱਤਾਂ ਨੂੰ ਛੋਟੇ ਹੁੰਦਿਆਂ ਹੀ ਸਿੱਖਿਆ ਦਿਓ ਕਿ ਰਸੋਈ ਦੇ ਵਿੱਚ ਕੰਮ ਕਰ ਚੱਲ ਕੇ। ਜੇ ਧੀ ਨੂੰ ਨਿਪੁੰਨ ਬਣਾਉਣੇ ਘਰ ਦੇ ਕੰਮਾਂ 'ਚ ਤਾਂ ਪੁੱਤ ਨੂੰ ਵੀ ਬਣਾਓ, ਕਿਉਂਕਿ ਜਿੰਨਾ ਚਿਰ ਪੁੱਤ ਤੇ ਧੀ ਰਸੋਈ ਦੇ ਕੰਮਾਂ 'ਚ ਬਰਾਬਰ ਦੇ ਭਾਗੀਦਾਰ ਨਹੀਂ ਬਣਦੇ, ਪੁੱਤਾਂ ਨੂੰ ਪਤਾ ਹੀ ਨਹੀਂ ਲੱਗਣਾ ਕਿ ਰਸੋਈ ਦੇ ਵਿੱਚ ਕਿੰਨੀ ਪਰੇਸ਼ਾਨੀ ਹੁੰਦੀ ਹੈ ਤੇ ਕਿੰਨੀ ਦਿੱਕਤ ਆਉਂਦੀ ਹੈ। ਰਸੋਈ ਦਾ ਕੰਮ ਵੀ ਕੋਈ ਕੰਮ ਹੈਗਾ। ਘਰ ਦੇ ਸਾਰੇ ਕੰਮ ਪੁੱਤ ਨੂੰ ਸਿਖਾਓ। ਇਹਦੇ ਨਾਲ ਹੀ ਇਹ ਜਿਹੜੀ ਬਰਾਬਰੀ ਹੈ ਇਹ ਸਾਨੂੰ ਮਿਲ ਸਕਦੀ ਹੈ। ਠੀਕ ਹੈ, ਅਸੀਂ ਜਿਵੇਂ ਸੀ ਝੱਲ ਲਿਆ, ਪਰ ਸਾਡੀ ਭਾਵੀ ਪੀੜ੍ਹੀ ਸਹੀ ਹੋ ਸਕਦੀ ਹੈ। ਇਹ ਸਾਡੇ ਹੱਥ ਦੇ ਵਿੱਚ ਹੀ ਗੱਲ ਹੈ। ਪਿਓ ਨੇ ਤਾਂ ਸਿਰਫ ਦਬਕਾ ਮਾਰਨਾ ਹੁੰਦਾ, ਪਰ ਜਿਹੜੀ ਮਾਂ ਹੈ ਉਹਨੇ ਪਿਆਰ ਦੇ ਨਾਲ ਬੜੇ ਸਲੀਕੇ ਦੇ ਨਾਲ ਪੁੱਤ ਨੂੰ ਵੀ ਧੀ ਨੂੰ ਵੀ ਸੰਭਾਲਣਾ ਹੁੰਦਾ, ਤੇ ਉਹ ਦੱਸ ਸਕਦੀ ਹੈ ਕਿ ਕਿਸ ਤਰੀਕੇ ਨਾਲ ਪੁੱਤ ਤੇ ਧੀ ਬਰਾਬਰ ਘਰ ਦੇ ਕੰਮ ਕਰਨ। ਕਿਉਂਕਿ ਧੀ ਜਿਹੜੀ ਹੈ ਉਹ ਤਾਂ ਅੱਜ ਤੱਕ ਸਾਡੀ ਪੀੜ੍ਹੀ ਨੇ ਵੀ ਮਰਦ ਦੇ ਮੋਢੇ ਨਾਲ ਮੋਢਾ ਡਾਇਆ ਘਰ ਦੀ ਦਹਲੀਜ਼ ਪਾਰ ਕਰਕੇ, ਪਰ ਅਜੇ ਤੱਕ ਸਾਡਾ ਜਿਹੜਾ ਮਰਦ ਹੈ ਉਹ ਆਪਣੇ ਹੀ ਘਰ ਦੀ ਦਹਲੀਜ਼ ਨਹੀਂ ਟੱਪ ਸਕਿਆ। ਤੇ ਮੇਰਾ ਵਾਅਦਾ ਹੈ, ਦਾਅਵਾ ਹੈ ਕਿ ਜਿਸ ਦਿਨ ਸਾਡਾ ਮਰਦ ਘਰ ਦੀ ਦਹਲੀਜ਼ ਦੇ ਅੰਦਰ ਹੀ ਰਸੋਈ ਦੀ ਦਹਲੀਜ਼ ਟੱਪ ਗਿਆ, ਉਸ ਦਿਨ ਸਾਨੂੰ ਬਰਾਬਰੀ ਮਿਲ ਜਾਏਗੀ। ਜੇ ਤੁਸੀਂ ਕਹਿੰਦੇ ਹੋ ਕਿ ਆਰਥਿਕਤਾ ਜਿਹੜੀ ਹੈ, ਆਰਥਿਕ ਸਵੈ ਨਿਰਭਰ ਔਰਤ ਜਿਹੜੀ ਹੈ ਉਹ ਪੂਰੀ ਤਰ੍ਹਾਂ ਸਵੈ ਨਿਰਭਰ ਹੋ ਜਾਂਦੀ, ਪੂਰੀ ਤਰ੍ਹਾਂ ਆਜ਼ਾਦ ਹੋ ਜਾਂਦੀ, ਤਾਂ ਮੈਂ ਉਸ ਚੀਜ਼ ਨੂੰ ਵੀ ਨਹੀਂ ਮੰਨਣ ਨੂੰ ਤਿਆਰ। ਕਿਉਂਕਿ ਮੈਂ ਬਹੁਤ ਸਾਰੀਆਂ ਲੜਕੀਆਂ ਨੂੰ ਜਾਣਦੀ ਹਾਂ, ਬਹੁਤ ਸਾਰੀਆਂ ਔਰਤਾਂ ਨੂੰ ਜਾਣਦੀ ਹਾਂ ਜਿਹੜੀਆਂ ਪ੍ਰੋਫੈਸਰ ਹੋਣ ਦੇ ਨਾਤੇ ਪੂਰੀ ਦੀ ਪੂਰੀ ਤਨਖਾਹ ਆਪਣੇ ਸੱਸ ਸਹੁਰੇ ਦੇ ਹੱਥਾਂ 'ਤੇ ਧਰ ਦਿੰਦੀਆਂ, ਅਤੇ ਉਹਨਾਂ ਨੂੰ ਮੁੜ ਕੇ ਪੈਸੇ ਕਿੰਨੇ ਮਿਲਦੇ ਆ? ਗਿਣਵੇਂ। ਇੱਕ ਕੱਪ ਚਾਹ ਦੇ ਹਿਸਾਬ ਦੇ ਨਾਲ ਪੂਰੇ ਮਹੀਨੇ ਦਾ ਕਿੰਨਾ ਖਰਚਾ ਹੋਊਗਾ, ਅਤੇ ਪੂਰੇ ਮਹੀਨੇ ਦਾ ਤੇਰੀ ਐਕਟਿਵਾ 'ਚ ਪੈਟਰੋਲ ਕਿੰਨਾ ਪਊਗਾ, ਉਹ ਆ ਚੁੱਕ ਲੈ, ਅਤੇ ਇਸ ਤੋਂ ਬਾਅਦ ਸਾਥੋਂ ਪੈਸੇ ਨਾ ਮੰਗੀ। ਉਹ ਆਪਣੀ ਮਰਜ਼ੀ ਦਾ ਖਾ ਨਹੀਂ ਸਕਦੀਆਂ, ਉਹ ਆਪਣੀ ਮਰਜ਼ੀ ਦਾ ਹੰਢਾ ਨਹੀਂ ਸਕਦੀਆਂ। ਕੱਪੜੇ ਹੈ, ਮਾਪੇ ਕਹਿੰਦੇ ਨੇ ਆਪਦੇ ਘਰ ਜਾ ਕੇ ਜਿਹੜਾ ਕੁਛ ਕਰਨਾ ਕਰ ਲਈ, ਅਤੇ ਸਹੁਰੇ ਕਹਿੰਦੇ ਨੇ ਨਾ ਤੂੰ ਬਹੁਤੀ ਫੈਸ਼ਨੇਬਲ ਆ ਗਈ, ਆ ਪੈਂਟਾਂ ਪਾ ਲੀਆਂ, ਅੱਜ ਨਿੱਕਰਾਂ ਪਾ ਲੀਆਂ, ਇਹ ਕੁੜੀਆਂ ਨੂੰ ਸੋਭਦੀਆਂ। ਮੈਂ ਪੁੱਛਦੀ ਹਾਂ, ਜੇ ਮਰਦ ਤੁਹਾਡੇ ਘਰਾਂ ਦੇ ਵਿੱਚ ਬਨੈਣਾ ਕੱਛਿਆਂ 'ਚ ਫਿਰ ਸਕਦੇ ਆ, ਤੇ ਔਰਤ ਕਿਉਂ ਨਹੀਂ ਫਿਰ ਸਕਦੀ ਬਈ?
ਫਿਰ ਆਖੇ ਸਾਡੀਆਂ ਕੁੜੀਆਂ ਦੀਆਂ ਨੰਗੀਆਂ ਲੱਤਾਂ ਦੇਖ ਕੇ ਮਰਦਾਂ 'ਚ ਕਾਮ ਉਕਸਾਹ ਹੁੰਦਾ। ਕਾਮ ਉਕਸਾਹ ਹੁੰਦਾ ਮਰਦਾਂ ਦੇ ਵਿੱਚ, ਤੇ ਕੁੜੀਆਂ ਦੇ ਵਿੱਚ ਤਾਂ ਕਦੇ ਨਹੀਂ ਹੋਇਆ। ਕਦੇ ਤੁਹਾਡੀਆਂ ਨੰਗੀਆਂ ਲੱਤਾਂ ਦੇਖ ਕੇ ਕਿਸੇ ਔਰਤ ਨੇ ਤੁਹਾਡਾ ਬਲਾਤਕਾਰ ਕੀਤਾ? ਕਿਸੇ ਕੁੜੀ ਨੇ ਤੁਹਾਡਾ ਬਲਾਤਕਾਰ ਕੀਤਾ? ਜੇ ਕੁੜੀਆਂ ਨੰਗੀਆਂ ਲੱਤਾਂ ਰੱਖਦੀਆਂ ਨੇ ਜਾਂ ਉਹਨਾਂ ਦੇ ਛੋਟੇ ਕੱਪੜੇ ਹੁੰਦੇ ਨੇ ਤਾਂ ਮੈਨੂੰ ਇਹ ਦੱਸੋ, ਉਹਨਾਂ ਨੂੰ ਤੁਸੀਂ ਦੋਸ਼ੀ ਠਹਿਰਾਤਾ। ਪਰ ਜਿਹੜੀਆਂ ਮਹੀਨੇ ਦੀਆਂ 6 ਮਹੀਨੇ ਦੀਆਂ, ਸਾਲ 2 ਸਾਲ ਦੀਆਂ ਬੱਚੀਆਂ, 6 ਸਾਲ ਦੀਆਂ ਬੱਚੀਆਂ, 12 ਸਾਲ ਦੀਆਂ ਬੱਚੀਆਂ, ਉਹਨਾਂ ਦੇ ਕਿਹੜੇ ਭਰਵੇਂ ਅੰਗ ਹੁੰਦੇ ਜਿਹਨਾਂ ਨੂੰ ਦੇਖ ਕੇ ਤੁਸੀਂ ਮਸਤ ਜਾਂਦੇ ਹੋ, ਜਿਹੜੇ ਤੁਹਾਨੂੰ ਕਾਮ ਨੂੰ ਉਕਸਾ ਜਾਂਦੇ ਤੁਹਾਡੇ ਨੂੰ? ਮੈਨੂੰ ਇਹ ਦੱਸੋ, ਕਿਹੜੀਆਂ ਬੱਕਰੀ, ਬਿੱਲੀ, ਘੋੜੀ, ਉਹਨਾਂ ਨੇ ਕਿਹੜੇ ਛੋਟੇ ਕੱਪੜੇ ਪਾਏ ਹੁੰਦੇ ਆ? ਤੁਸੀਂ ਤਾਂ ਉਹਨਾਂ ਨੂੰ ਨਹੀਂ ਬਖਸ਼ਦੇ। ਮਹੀਨੇ ਭਰ ਦੀ ਦੁੱਧ ਮੂੰਹੀ ਬੱਚੀ ਤੋਂ ਲੈ ਕੇ 100 ਸਾਲ ਦੀ ਬਜ਼ੁਰਗ ਮਹਿਲਾ ਤੁਹਾਡੇ ਸਾਹਮਣੇ ਬੇਬਸ ਹੋ ਜਾਂਦੀ ਹੈ। ਤੇ ਮੈਂ ਇਸ ਵਾਸਤੇ ਸਾਰੀਆਂ ਧੀਆਂ ਭੈਣਾਂ, ਆਪਣੀ ਉਮਰ ਦੀਆਂ ਕੁੜੀ ਜਨਾਨੀਆਂ, ਸਭ ਨੂੰ ਇਹ ਕਹਿਣਾ ਚਾਹੂੰਗੀ ਕਿ ਭੈਣੋ, ਧੀਓ, ਭੈਣੋ, ਸਤਰਕ ਹੋ ਜਾਓ ਤੇ ਆਪਣੇ ਨਾਲ ਹਮੇਸ਼ਾ 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 ਜਦੋਂ ਵੀ ਕਿਤੇ ਜਾਣਾ ਆਉਣਾ ਹੈ ਤਾਂ ਮਿਰਚਾਂ ਦੇ ਸਪਰੇਅ ਦੀ ਸ਼ੀਸ਼ੀ ਰੱਖੋ। ਕਿਸੇ ਨੇ ਸਾਨੂੰ ਨਹੀਂ ਬਚਾਉਣ ਆਉਣਾ। ਇਹਨਾਂ ਦੇ ਜਿਹੜੇ ਹੈਗੇ ਆ ਟੋਟਕੇ, ਇਹਨਾਂ ਦੇ ਕੋਲ ਹੀ ਆ। ਹੁਣ ਜਿਵੇਂ ਜੋਗੀ ਨੇ ਕਹਿਤਾ, ਔਰਤਾਂ ਨੂੰ ਜੀ ਲੋੜ ਹੈ ਸੁਰੱਖਿਆ ਦੀ, ਨਾ ਕਿ ਆਜ਼ਾਦੀ ਦੀ। ਕਿੰਨੀ ਦੇਰ ਸੁਰੱਖਿਆ ਦੇਣਗੇ ਸਾਨੂੰ? ਹੁਣ ਤਾਂ ਸੁਰੱਖਿਆ ਕਿਸੇ ਨੇ ਦਿੱਤੀ ਨਹੀਂ, ਅੱਗੋਂ ਕਿੱਥੋਂ ਦੇ ਦੇਣਗੇ? ਤੇ ਮੈਂ ਸਾਰੇ ਮਾਪਿਆਂ ਨੂੰ ਇਹ ਵੀ ਗੁਜ਼ਾਰਿਸ਼ ਕਰਨਾ ਚਾਹੁੰਦੀ ਹਾਂ ਕਿ ਰੱਬ ਦੇ ਵਾਸਤੇ ਤੁਸੀਂ ਜੇ ਕੁੜੀਆਂ ਦੀ ਸੁਰੱਖਿਆ ਨਹੀਂ ਕਰ ਸਕਦੇ ਤਾਂ ਕੁੜੀਆਂ ਨੂੰ ਜੰਮਣੋਂ ਬੰਦ ਨਾ ਕਰੋ, ਕਿਉਂਕਿ ਜੱਗ ਕੁੜੀਆਂ ਦੇ ਸਿਰ ਤੇ ਹੀ ਚੱਲਣਾ ਹੈ। ਅੱਜ ਦੀਆਂ ਧੀਆਂ ਜਿਹੜੀਆਂ ਨੇ ਕੱਲ੍ਹ ਦੀਆਂ ਮਾਵਾਂ ਬਣਨੀਆਂ ਨੇ। ਇਹ ਸੋਚ ਕੇ ਕਿ ਕੁੜੀਆਂ ਨੂੰ ਸਾਂਭਣਾ ਔਖਾ ਤੇ ਉਹਨਾਂ ਨੂੰ ਜੰਮੋ ਹੀ ਨਾ, ਇਹ ਤੁਹਾਡੀ ਬੇਵਕੂਫੀ ਹੈ। ਇਸ ਬੇਵਕੂਫੀ ਤੋਂ ਗੁਰੇਜ਼ ਕਰੋ। ਬਲਕਿ ਮੈਂ ਕਹਾਂਗੀ, ਧੀਆਂ ਨੂੰ ਜੱਗ ਦਿਖਾਓ, ਉਹਨਾਂ ਦੀ ਪਾਲਣ ਪੋਸ਼ਣ ਪੁੱਤ ਦੇ ਬਰਾਬਰ ਕਰੋ ਤੇ ਉਹਨਾਂ ਨੂੰ ਸਵੈ ਰੱਖਿਆ ਦੇ ਸਾਧਨ ਦਿਓ। ਇੱਕ ਉਹਨਾਂ ਨੂੰ ਕੋਈ ਵੀ ਹਥਿਆਰ ਲਾਜ਼ਮੀ ਦਿਓ। ਉਹਨਾਂ ਨੂੰ ਸਪਰੇਅ ਜਿਹੜਾ ਮਿਰਚਾਂ ਦਾ ਮੈਂ ਦੱਸਿਆ ਉਹ ਕਰਨਾ ਸਿਖਾਓ। ਉਹਨਾਂ ਨੂੰ ਗੱਤਕੇ ਤੇ ਜੁਡੋ ਕਰਾਟੇ ਦੀ ਸਿੱਖਿਆ ਦਿਓ। ਜਿੰਨਾ ਚਿਰ ਉਹ ਸਵੈ ਰੱਖਿਆ ਨਹੀਂ ਅਪਣਾਉਣਗੀਆਂ, ਸਾਡੀਆਂ ਧੀਆਂ ਨੂੰ ਕਿਸੇ ਨੇ ਬਚਾਉਣਾ ਨਹੀਂ। ਤੇ ਨਿੱਤ ਦਿਨ ਇਹ ਬਲਾਤਕਾਰ ਹੁੰਦੇ ਰਹਿਣਗੇ ਤੇ ਫਿਰ ਕਈ ਸਾਡੀਆਂ ਵੱਡੀਆਂ ਲੇਡੀਜ਼ ਕਹਿ ਦਿੰਦੀਆਂ ਨੇ, ਜਿਹੜੀਆਂ ਪੜ੍ਹੀਆਂ ਲਿਖੀਆਂ ਨੇਤਾਵਾਂ ਵੀ ਹੈਗੀਆਂ ਨੇ, ਇਹ ਜੀ ਸਾਡੀ ਸੰਸਕ੍ਰਿਤੀ ਦਾ ਹਿੱਸਾ ਹੈ, ਪਹਿਲਾਂ ਵੀ ਹੁੰਦੇ ਆਏ ਆ ਬਲਾਤਕਾਰ। ਤੇ ਕਈ ਕਹਿੰਦੀਆਂ ਨੇ ਜੀ ਇਹ ਤਾਂ ਇਹਨਾਂ ਦੇ ਪੂਰਬਲੇ ਕਰਮਾਂ ਦਾ ਫਲ ਹੈ। ਬੜਾ ਗੁੱਸਾ ਆਉਂਦਾ ਮੈਨੂੰ ਇਹ ਚੀਜ਼ਾਂ ਗੱਲਾਂ ਸੁਣ ਕੇ। ਭਾਈ ਕੁਝ ਸੋਚੋ, ਵਿਚਾਰੋ। ਔਰਤ ਇੱਕ ਨਿਰਜਿੰਦ ਵਸਤੂ ਨਹੀਂ ਹੈਗੀ ਜਿਸ ਨੂੰ ਤੁਸੀਂ ਜਿਵੇਂ ਮਰਜ਼ੀ ਚਾਹੋ ਭੋਗ ਲਾਓ। ਉਹ ਵੀ ਤੁਹਾਡੇ ਬਰਾਬਰ ਦੀ ਮਨੁੱਖ ਹੈ, ਉਹਨੂੰ ਮਨੁੱਖ ਹੋਣ ਦਾ ਅਧਿਕਾਰ ਦਿਓ। ਅੱਜ ਦੀ ਤਹਿਰੀਰ ਇੰਨੀ ਹੀ ਸੀ, ਇੱਥੇ ਹੀ ਖ਼ਤਮ ਕਰਦੀ ਹਾਂ। ਉਮੀਦ ਹੈ ਮੇਰੀਆਂ ਇਹਨਾਂ ਗੱਲਾਂ ਤੇ ਗੌਰ ਨਾਲ ਵਿਚਾਰ ਕਰੋਗੇ। ਧੰਨਵਾਦ।